ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉ ਭਏ ਦਾਦੁਰ ਪਾਣੀ ਮਾਹੀ। ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ। ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ। ਰਹਾਉ ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕਉ ਦਇਆ ਸੁਪਨੈ ਭੀ ਨਾਹੀ। ਚਾਰ ਚਰਨ ਕਰਹਿ ਬਹੁ ਆਗਰ, ਸਾਧੂ ਸੁਖ ਪਾਵੈ ਕਲ ਸਾਗਰ। ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਸ ਛੋੜ ਮਹਾਰਸ ਪੀਜੈ। ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਸ ਛੋੜ ਮਹਾਰਸ ਪੀਜੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਆਓ ਗੁਰਮੁਖੋ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕਬੀਰ ਜੀ, ਭਗਤ ਕਬੀਰ ਜੀ ਦੇ ਸ਼ਬਦਾਂ ਦੀ ਵਿਚਾਰ ਲੜੀਵਾਰ ਚੱਲ ਰਹੀ ਹੈ ਜੀ। 324 ਅੰਕ ਤੇ ਪਹੁੰਚੇ ਆਪਾਂ। ਆਓ ਗੁਰੂ ਪਿਆਰ ਵਾਲਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜੀ ਦਾ ਗੌੜੀ ਰਾਗ ਦੇ ਅੰਦਰ ਲੜੀਵਾਰ 5 ਨੰਬਰ ਸ਼ਬਦ ਹੈ ਜੀ। ਕਬੀਰ ਜੀ ਨੇ ਸ਼ਬਦ ਅੰਦਰ ਬਹੁਤ ਵੱਡੇ ਭਰਮ ਭੁਲੇਖੇ ਨੂੰ ਦੂਰ ਕੀਤਾ ਹੈ। ਕਬੀਰ ਜੀ ਇਸ ਸ਼ਬਦ ਅੰਦਰ ਕਹਿ ਰਹੇ ਨੇ, ਕਈ ਲੋਕ ਤੀਰਥਾਂ ਦੇ ਇਸ਼ਨਾਨ ਕਰਨ ਨੂੰ, ਕਈ ਤਰ੍ਹਾਂ ਦੇ ਭੇਖ, ਵੇਦ ਆਦਿਕ ਧਾਰਮਿਕ ਪੁਸਤਕਾਂ ਪੜ੍ਹ ਕੇ, ਧਾਰਮਿਕ ਗ੍ਰੰਥ ਪੜ੍ਹ ਕੇ ਅਜਿਹਾ ਕੋਈ ਕਰਮ ਵੀ ਸੁੱਚਾ ਸੁੱਖ ਨਹੀਂ ਦੇ ਸਕਦਾ। ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਪਿਆਰ ਨਹੀਂ ਹੈ, ਉਸਨੇ ਜਮਾਂ ਦੀ ਹਨੇਰੀ ਵਿੱਚ ਢਹਿ ਜਾਣਾ, ਜਮਾਂ ਦੇ ਵਸ ਪੈ ਜਾਣਾ। ਸਤਿਗੁਰੂ ਮਹਾਰਾਜ ਨੇ ਇੱਥੇ ਬਹੁਤ ਪਿਆਰੀ ਗੱਲ ਰੱਖੀ ਹੈ ਜੀ ਸਾਡੇ ਸਨਮੁਖ।
ਗੁਰੂ ਜੀ ਕਹਿ ਰਹੇ ਨੇ, ਬਾਬਾ ਕਬੀਰ ਜੀ ਕਹਿ ਰਹੇ ਨੇ, ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ। ਪਾਤਸ਼ਾਹ ਜੀ ਕਹਿ ਰਹੇ ਨੇ, ਬਾਬਾ ਕਬੀਰ ਜੀ ਕਹਿ ਰਹੇ ਨੇ, ਜੇਕਰ ਜ਼ਿੰਦਗੀ ਅੰਦਰ ਉਸ ਮਾਲਕ ਦੇ ਨਾਮ ਪ੍ਰਤੀ ਪਿਆਰ ਨਹੀਂ ਹੈ, ਪਾਤਸ਼ਾਹ ਜੀ ਕਹਿ ਰਹੇ ਨੇ, ਜੇਕਰ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਕੇ ਵਸਿਆ ਨਹੀਂ, ਨਾਮ ਨਾਲ ਪਿਆਰ ਨਹੀਂ ਬਣਿਆ, ਉਹ ਸਾਰੇ ਧਰਮ ਰਾਜ ਦੇ ਵਸ ਪੈ ਜਾਂਦੇ ਨੇ। ਜਿਵੇਂ ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਪੜ੍ਹਦੇ ਹਾਂ, ਉਹਨਾਂ ਨੇ ਸ਼ਬਦ ਅੰਦਰ ਕਿਹਾ, ਹੇ ਵਾਹਿਗੁਰੂ, ਤੇਰਾ ਨਾਮ ਪਤਤਾ ਨੂੰ ਤਾਰਨ ਵਾਲਾ ਹੈ। ਮੇਰੇ ਅਤੇ ਤੇਰੇ ਅੰਦਰ ਕੋਈ ਅੰਤਰ ਨਹੀਂ ਹੈ, ਫਰਕ ਨਹੀਂ ਹੈ, ਪਰ ਬੰਦਾ ਇਨਸਾਨ ਦੂਰੀ ਬਣਾ ਕੇ ਬੈਠਾ ਹੈ। ਜਿਵੇਂ ਸੋਨੇ ਦੇ ਗਹਿਣੇ ਹੁੰਦੇ ਨੇ ਨਾ, ਸੋਨੇ ਦੇ ਗਹਿਣਿਆਂ ਤੋਂ ਭਗਤ ਰਵਿਦਾਸ ਜੀ ਨੇ ਇੱਕ ਉਦਾਹਰਨ ਦਿੱਤੀ, ਤੋਹੀ ਮੋਹੀ ਤੋਹੀ ਅੰਤਰ ਕੈਸਾ। ਉਹਨਾਂ ਨੇ ਕਿਹਾ ਵੀ ਜਿਵੇਂ ਮਹਾਰਾਜ ਕਹਿੰਦੇ, ਸੋਨੇ ਦਾ ਕੋਈ ਵੱਡਾ ਗਹਿਣਾ ਹੋਵੇ, ਕੋਈ ਛੋਟਾ ਗਹਿਣਾ ਹੋਵੇ, ਹੈ ਤਾਂ ਸੋਨਾ ਹੀ ਆ ਨਾ, ਉਹਨਾਂ ਵਿੱਚ ਅੰਤਰ ਥੋੜਾ ਵੀ ਇਹ ਕੋਈ ਵੱਖਰੀ ਧਾਤੂ ਹੈ, ਇੱਕੋ ਧਾਤੂ ਹੈ। ਹੇ ਪ੍ਰਮਾਤਮਾ, ਮੇਰੇ ਅਤੇ ਤੇਰੇ ਅੰਦਰ ਕੋਈ ਅੰਤਰ ਨਹੀਂ, ਕਿਉਂਕਿ ਤੂੰ ਮੇਰੇ ਅੰਦਰ ਰਹਿਣਾ, ਕੋਈ ਫਰਕ ਨਹੀਂ, ਪਰ ਮੈਂ ਆਪਣੇ ਅੰਦਰੋਂ ਤੈਨੂੰ ਭੁਲਾ ਕੇ ਬੈਠਾ। ਉਸ ਪਰਮਾਤਮਾ ਦੀ ਪਛਾਣ ਨਹੀਂ ਕੀਤੀ। ਇੱਥੇ ਮਹਾਰਾਜ ਕਹਿ ਰਹੇ ਨੇ, ਬਾਦਸ਼ਾਹ ਜੀ ਕਹਿ ਰਹੇ ਨੇ, ਜੋ ਪੈ ਰਾਮ ਰਾਮ ਰਤ ਨਾਹੀ। ਰਤ ਦਾ ਅਰਥ ਹੁੰਦਾ ਜੀ ਪਿਆਰ। ਜੇ ਤੇਰਾ ਉਸ ਮਾਲਕ ਦੇ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਬਣਿਆ, ਤੇ ਸਭ ਧਰਮ ਰਾਏ ਕਹਿ ਜਾਹੀ। ਮਹਾਰਾਜ ਕਹਿੰਦੇ, ਤੇਰੇ ਕੀਤੇ ਕਰਮ ਸਭ ਜਮਾਂ ਦੇ ਵਸ ਪੈ ਜਾਣਗੇ। ਤੇਰਾ ਕੀਤਾ ਉਦਮ ਬੇਕਾਰ ਹੈ, ਬੇਅਰਥ ਹੈ, ਕਿਉਂਕਿ ਤੇਰੀ ਸਾਂਝ, ਤੇਰਾ ਪਿਆਰ, ਕਬੀਰ ਜੀ ਕਹਿੰਦੇ, ਪਰਮਾਤਮਾ ਦੇ ਨਾਮ ਨਾਲ, ਵਾਹਿਗੁਰੂ ਦੇ ਨਾਮ ਨਾਲ ਹੀ ਬਣਿਆ। ਤੇਰੇ ਕੀਤੇ ਕਰਮ ਧਰਮ ਸਭ ਫੋਕਟ ਨੇ। ਇੱਕ ਸ਼ਬਦ ਵਰਤਿਆ ਜੀ ਪਾਤਸ਼ਾਹ ਜੀ ਨੇ ਬਾਣੀ ਅੰਦਰ, ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੁੱਟੈ। ਕਿਉਂ ਲੁੱਟਦੇ ਨੇ ਜਮ? ਕਿਉਂਕਿ ਤੇਰੇ ਕੀਤੇ ਕਰਮ, ਤੇਰਾ ਕੀਤਾ ਧਰਮ ਇੱਕ ਵਿਖਾਵਾ ਹੈ। ਵਿਖਾਵੇ ਨੂੰ ਗੁਰੂ ਨੇ ਕਦੇ ਪ੍ਰਵਾਨ ਨਹੀਂ ਕਰਿਆ ਜੀ। ਹੁਣ ਬੰਦਾ ਕਿੱਥੇ ਕਿੱਥੇ ਵਿਖਾਵਾ ਕਰਦਾ ਹੈ। ਇਹ ਕਬੀਰ ਜੀ ਨੇ ਇੱਕ ਬੜੀ ਪਿਆਰੀ ਵਿਚਾਰ ਸਾਡੇ ਸਨਮੁਖ ਰੱਖੀ ਹੈ। ਦੁਨੀਆ ਦੇ ਅੰਦਰ ਟਾਵੇਂ ਬੰਦੇ ਨੇ, ਟਾਵੇਂ ਲੋਕ ਨੇ ਜਿਹੜੇ ਵਿਖਾਵਾ ਨਹੀਂ ਕਰਦੇ। ਨਹੀਂ ਤਾਂ ਅਸੀਂ ਰੱਬ ਨੂੰ ਯਾਦ ਕਰਨਾ ਵੀ ਵਿਖਾਵਾ ਕਰਦੇ ਹਾਂ। ਮਾਫ ਕਰਨਾ ਜੀ, ਅਸੀਂ ਰੱਬ ਨੂੰ ਇੰਨੇ ਵਜੇ ਯਾਦ ਕਰਦੇ ਹਾਂ, ਅਸੀਂ ਇੰਨਾ ਪਾਠ ਕਰਦੇ ਹਾਂ, ਅਸੀਂ ਇੰਨਾ ਗੁਰਦੁਆਰੇ ਜਾਂਦੇ ਹਾਂ। ਗੁਰਬਾਣੀ ਨੇ ਵਿਖਾਵੇ ਨੂੰ ਪ੍ਰਵਾਨ ਹੀ ਨਹੀਂ ਕੀਤਾ। ਇੱਥੇ ਤਾਂ ਨਿਮਰਤਾ ਲੈਣ ਵਾਸਤੇ ਆਉਂਦੇ ਹਾਂ, ਟਿਕਾ ਲੈਣ ਵਾਸਤੇ ਆਉਂਦੇ ਹਾਂ, ਸੁੱਖ ਲੈਣ ਵਾਸਤੇ ਆਉਂਦੇ ਹਾਂ। ਆਪਾਂ ਕਿਸੇ ਨੂੰ ਵਿਖਾਣ ਮਾਤਰ ਨਹੀਂ ਵੀ ਮੈਂ ਹਾਂ ਇੰਨੇ ਵਜੇ ਸਵੇਰੇ ਗੁਰਦੁਆਰੇ ਗਿਆ, ਮੈਂ ਇੰਨੀ ਸੇਵਾ ਕੀਤੀ, ਮੈਂ ਇੰਨਾ ਕੰਮ ਕੀਤਾ। ਕਬੀਰ ਜੀ ਕਹਿੰਦੇ ਸਭ ਫੋਕਟ ਹੈ। ਅੱਗੇ ਜਿਹੜਾ ਪਹਿਲਾ ਸ਼ਬਦ ਪਹਿਲਾ ਜਿਹੜਾ ਬੰਦ ਹੈ ਜੀ ਸ਼ਬਦ ਦਾ, ਪਹਿਲੇ ਬੰਦ ਅੰਦਰ ਬਾਬਾ ਕਬੀਰ ਜੀ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ, ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਪੈ ਦਾਦੁਰ ਪਾਣੀ ਮਾਹੀ। ਇਹਨੂੰ ਧਿਆਨ ਨਾਲ ਸਮਝਿਓ। ਸੰਧਿਆ ਦਾ ਅਰਥ ਹੁੰਦਾ ਜੀ ਸ਼ਾਮ ਦਾ ਵੇਲਾ। ਆਪਾਂ ਕਹਿੰਦੇ ਸੰਧਿਆ ਵੇਲਾ ਹੋ ਗਿਆ, ਸ਼ਾਮ ਵੇਲਾ ਹੋ ਗਿਆ। ਪ੍ਰਾਤ ਦਾ ਅਰਥ ਹੁੰਦਾ ਸਵੇਰ ਦਾ ਵੇਲਾ। ਮਨੁੱਖ ਸਵੇਰੇ ਅਤੇ ਸ਼ਾਮ ਇਸ਼ਨਾਨ ਕਰਦਾ ਹੈ। ਇਹ ਗੱਲ ਚੇਤੇ ਰੱਖਿਓ ਜੀ, ਇਸ਼ਨਾਨ ਕਰਨ ਤੋਂ ਨਹੀਂ ਬਾਬਾ ਕਬੀਰ ਜੀ ਮਨਾ ਕਰ ਰਹੇ। ਆਪਾਂ ਸ਼ਾਮ ਨੂੰ ਵੀ ਇਸ਼ਨਾਨ ਕਰਦੇ ਹਾਂ, ਸਵੇਰੇ ਵੀ ਇਸ਼ਨਾਨ ਕਰਦੇ ਹਾਂ। ਇਸ਼ਨਾਨ ਕਰਨਾ ਇੱਕ ਸਫਾਈ ਦਾ ਵਿਸ਼ਾ ਹੈ, ਚੇਤੇ ਕਰਿਓ। ਸਰੀਰ ਦਾ ਇਸ਼ਨਾਨ ਕਰਵਾਉਣਾ, ਵਧੀਆ ਸਾਫ ਸੁਥਰੇ ਬਣ ਕੇ ਰਹਿਣਾ, ਇਹਦੇ ਨਾਲ ਤਨ ਦੀ ਸਫਾਈ ਰਹਿੰਦੀ ਹੈ। ਰੱਖਣਾ ਵੀ ਚਾਹੀਦਾ ਆਪਾਂ ਨੂੰ, ਗੁਰਬਾਣੀ ਵੀ ਕਹਿੰਦੀ ਹੈ। ਪਰ ਜੇ ਕੋਈ ਮਨੁੱਖ ਇਹ ਆਪਣੇ ਮਨ ਅੰਦਰ ਭਰਮ ਪਾ ਲਏ ਵੀ ਮੈਂ ਇਸ਼ਨਾਨ ਕਰਕੇ ਪਵਿੱਤਰ ਹੋ ਗਿਆ, ਇਸ਼ਨਾਨ ਕਰਕੇ ਸੁੱਚਾ ਹੋ ਗਿਆ,
ਮਹਾਰਾਜ ਕਹਿੰਦੇ ਸੁੱਚਾ ਕਦੇ ਨਹੀਂ ਹੋ ਸਕਦਾ, ਸੁੱਚਾ ਤੈਨੂੰ ਪ੍ਰਮਾਤਮਾ ਦਾ ਨਾਮ ਬਣਾਉਂਦਾ ਹੈ, ਸੁੱਚਾ ਤੈਨੂੰ ਗੁਰੂ ਦੀ ਬਾਣੀ ਬਣਾਉਂਦੀ ਹੈ। ਮਹਾਰਾਜ ਇਹ ਕਹਿ ਰਹੇ ਨੇ ਮਨ ਕਰਕੇ ਸੁੱਚਾ ਹੋ। ਇੱਥੇ ਤਨ ਧੋਣ ਵਾਲਿਆਂ ਦਾ ਘਾਟਾ ਨਹੀਂ ਹੈ, ਤਨ ਤਾਂ ਨਿੱਕ ਧੋਂਦੇ ਨੇ। ਮਹਾਰਾਜ ਕਹਿੰਦੇ ਜੇ ਪਾਣੀ ਵਿੱਚ ਇਸ਼ਨਾਨ ਕੀਤਿਆਂ, ਪਾਣੀ ਵਿੱਚ ਚੁੱਭੀਆਂ ਲਾਇਆਂ, ਜੇ ਤਨ ਦੀ ਮਨ ਦੀ ਮੈਲ ਉਤਰਦੀ ਹੁੰਦੀ, ਮਹਾਰਾਜ ਕਹਿ ਰਹੇ ਨੇ ਇੱਕ ਉਦਾਹਰਨ ਦਿੱਤੀ, ਜਿਉਂ ਪੈ ਦਾਦੁਰ ਪਾਣੀ ਮਾਹੀ, ਤੇਰੀ ਤਾਂ ਹਾਲਤ ਇੱਕ ਡੱਡੂ ਵਰਗੀ ਹੋ ਗਈ। ਮਹਾਰਾਜ ਕਹਿੰਦੇ ਚੁੱਭੀਆਂ ਤਾਂ ਬੜੇ ਤੀਰਥਾਂ ਉੱਤੇ ਲਾਇਆ ਉਹਨਾਂ ਹੈ, ਪਰ ਕਿਤੇ ਮੈਲ ਨਹੀਂ ਉਤਾਰੀ, ਈਰਖਾ ਨਹੀਂ ਛੱਡਿਆ, ਨਿੰਦਿਆ ਨਹੀਂ ਛੱਡੀ, ਚੁਗਲੀ ਨਹੀਂ ਛੱਡੀ, ਤੀਰਥ ਇਸ਼ਨਾਨ ਕੋਈ ਨਹੀਂ ਛੱਡਿਆ, ਇਸ਼ਨਾਨ ਸਾਰਿਆਂ ਦੇ ਕਰ ਲਿਆ। ਪਰ ਮਹਾਰਾਜ ਕਹਿੰਦੇ ਤੇਰੀ ਹਾਲਤ ਪਤਾ ਕਿਹੋ ਜਿਹੀ ਹੋ ਗਈ। ਸਤਿਗੁਰ ਮਹਾਰਾਜ ਕਹਿੰਦੇ ਤੇਰੀ ਹਾਲਤ ਇੱਕ ਡੱਡੂ ਵਰਗੀ ਹੋ ਗਈ। ਡੱਡੂ ਪਾਣੀ ਵਿੱਚ ਕਿਤੇ ਨਿਕਲ ਜਾਂਦਾ ਹੈ, ਪਾਣੀ ਚੋਂ ਕਦੇ ਨਿਕਲ ਜਾਂਦਾ ਹੈ, ਕਦੇ ਪਾਣੀ ਅੰਦਰ ਵੜ ਜਾਂਦਾ ਹੈ। ਤੇਰੀ ਹਾਲਤ ਇੱਕ ਡੱਡੂ ਵਰਗੀ ਹੋ ਗਈ। ਸਤਿਗੁਰ ਮਹਾਰਾਜ ਨੇ ਬਾਣੀ ਵਿੱਚ ਬਹੁਤ ਅਲੰਕਾਰਾਂ ਦੇ ਰਾਹੀਂ, ਉਦਾਹਰਨਾਂ ਦੇ ਰਾਹੀਂ ਸਾਡੇ ਸਨਮੁਖ ਵਿਚਾਰ ਪੇਸ਼ ਕੀਤੇ ਜੀ। ਮਹਾਰਾਜ ਕਹਿੰਦੇ ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਪੰਡਤ ਪੁੱਛੋ ਮਾਇਆ ਰਤੇ। ਕਈ ਤੀਰਥਾਂ ਦੇ ਜਾਣ ਵਾਲੇ ਵੀ ਨੇ, ਬਹੁਤ ਲੋਕ ਐਸੇ ਹੁੰਦੇ ਨੇ, ਮੈਂ ਤੀਰਥ ਤੇ ਗਿਆ ਜੀ, ਮੈਂ ਇੰਨੇ ਇਸ਼ਨਾਨ ਕਰ ਲਏ। ਆਸਾ ਦੀ ਵਾਰ ਪੜ੍ਹ ਕੇ ਵੇਖ ਲਓ, ਮਹਾਰਾਜ ਕਹਿੰਦੇ 68 ਤੀਰਥ ਜੇ ਨਹਾਵੈ। 8 ਤੇ 60 ਕਿੰਨੇ ਹੁੰਦੇ ਨੇ ਜੀ? 68 ਹੋ ਗਏ ਜੀ। ਬਾਬਾ ਨਾਨਕ ਕਹਿੰਦਾ 68 ਤੀਰਥ ਜੇ ਨਹਾਵੈ, ਉਤਰੈ ਨਾਹੀ ਮੈਲ। ਸ਼ਬਦ ਕੀ ਵਰਤਿਆ ਮਹਾਰਾਜ? ਕਹਿੰਦੇ ਅੰਦਰੋਂ ਝੂਠੇ ਪੈ ਜਵਾਰ, ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾ ਹੋਵੇ ਉਤਰੈ ਨਾਹੀ ਮੈਲ। ਜਿਹੜਾ ਬੰਦਾ ਅੰਦਰੋਂ ਝੂਠਾ ਹੈ, ਅੰਦਰੋਂ ਆਪਣੇ ਆਪ ਨੂੰ ਬਦਲ ਨਹੀਂ ਰਿਹਾ, ਸਰੀਰ ਤਨ ਦੇ ਕੱਪੜੇ ਬਦਲ ਲਏ, ਤਨ ਨੂੰ ਇਸ਼ਨਾਨ ਕਰਾ ਲਿਆ, ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈ, ਪਰ ਹਾਲੇ ਤੱਕ ਗੁਰਬਾਣੀ ਦੇ ਰਾਹੀਂ, ਗੁਰਬਾਣੀ ਦੇ ਗਿਆਨ ਰਾਹੀਂ ਕਬੀਰ ਜੀ ਕਹਿੰਦੇ ਇਸ ਭਲੇ ਵਿਅਕਤੀ ਨੇ ਮਨ ਦਾ ਇਸ਼ਨਾਨ ਨਹੀਂ ਕਰਾਇਆ। ਸਤਿਗੁਰ ਮਹਾਰਾਜ ਕਹਿੰਦੇ, ਕਬੀਰ ਜੀ ਕਹਿੰਦੇ ਮਨ ਉਹ ਉਸੇ ਤਰ੍ਹਾਂ ਦੀ ਹੈ, ਮਨ ਤੇ ਉਸੇ ਤਰ੍ਹਾਂ ਮੈਲ ਪਈ ਹੈ। ਪਾਤਸ਼ਾਹ ਜੀ ਦਾ ਇੱਕ ਬਚਨ ਹੋਰ ਪੜ੍ਹਦੇ ਹਾਂ ਜੀ ਆਪਾਂ। ਪਾਤਸ਼ਾਹ ਜੀ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਚੱਲਿਆ ਤਾਂ ਹੈ ਇਸ਼ਨਾਨ ਕਰਨ ਵਾਸਤੇ, ਚੱਲਿਆ ਤਾਂ ਹੈ ਕੋਈ ਧਰਮ ਦਾ ਕਰਮ ਕਰਨ ਵਾਸਤੇ। ਮਹਾਰਾਜ ਕਹਿੰਦੇ ਨੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਵਿੱਚ ਖੋਟ ਲਈ ਫਿਰਦਾ। ਆਪਾਂ ਗੁਰਦੁਆਰੇ ਆਉਂਦੇ ਆ, ਗੁਰੂ ਕੀ ਹਜ਼ੂਰੀ ਅੰਦਰ ਬਹਿੰਦੇ ਆ, ਬਾਣੀ ਸੁਣਦੇ ਆ, ਬਾਣੀ ਪੜ੍ਹਦੇ ਵਿਚਾਰਦੇ ਆ, ਗੁਰਦੁਆਰੇ ਆ ਕੇ ਸੇਵਾ ਕਰਦੇ ਆ। ਜੇ ਇੱਥੇ ਆ ਕੇ ਵੀ ਮਨ ਵਿੱਚ ਖੋਟ ਹੈ, ਫਿਰ ਮੈਂ ਸਿੱਧੇ ਸ਼ਬਦਾਂ ਵਿੱਚ ਕਹਿਣਾ, ਤੇਰੀ ਸੇਵਾ ਦਾ, ਤੇਰਾ ਇੱਥੇ ਬੈਠਣਾ ਪ੍ਰਵਾਨ ਨਹੀਂ ਕਰਨਾ ਗੁਰੂ ਨੇ। ਜੇ ਇੱਥੇ ਆ ਕੇ ਵੀ ਖੋਟ ਆ ਨਾ ਤੇਰੇ ਮਨ ਅੰਦਰ, ਕਿਸੇ ਦੀ ਨਿੰਦਿਆ ਕਰ ਦਿੱਤੀ, ਕਿਸੇ ਦੀ ਚੁਗਲੀ ਕਰ ਦਿੱਤੀ, ਕਿਸੇ ਪ੍ਰਤੀ ਅੰਦਰ ਜ਼ਹਿਰ ਲਈ ਫਿਰਦਾ, ਮਹਾਰਾਜ ਕਹਿੰਦੇ ਤੇਰਾ ਇੱਥੇ ਬੈਠਣਾ ਪ੍ਰਵਾਨ ਨਹੀਂ ਹੈ। ਭਾਵੇਂ ਰੋਜ਼ਾਨਾ, ਸਤਿਗੁਰ ਮਹਾਰਾਜ ਕਹਿੰਦੇ ਭਾਵੇਂ 100 ਗੇੜਾ ਆਵੋ ਜਾਓ, ਭਾਵੇਂ 100 ਗੇੜੇ ਮਾਰੀ ਜਾ ਗੁਰਦੁਆਰੇ। ਸੱਚੇ ਅਸਲੀਅਤ ਤਾਂ ਇਹ ਹੈ ਜੀ, ਸੱਚਾਈ ਤਾਂ ਇਹ ਹੈ। ਕਬੀਰ ਜੀ ਤਾਂ ਕਹਿ ਰਹੇ ਨੇ ਜੀਵਨ ਅੰਦਰ ਤਬਦੀਲੀ ਆਵੇ। ਸਮੁੱਚੀ ਬਾਣੀ ਦਾ ਖਜ਼ਾਨਾ ਹੈ, ਕਹਿੰਦਾ ਜੀਵਨ ਅੰਦਰ ਤਬਦੀਲੀ ਆਉਣੀ ਚਾਹੀਦੀ ਹੈ। ਗੁਰੂ ਨੇ ਭੇਖ ਨੂੰ, ਵਿਖਾਵੇ ਨੂੰ ਕਦੇ ਪ੍ਰਵਾਨ ਨਹੀਂ ਕੀਤਾ। ਜੇ ਮਹਾਰਾਜ ਬਾਬਾ ਨਾਨਕ ਭੇਖ ਨੂੰ ਪ੍ਰਵਾਨ ਕਰਦਾ ਹੁੰਦਾ, ਦਿਖਾਵੇ ਨੂੰ ਪ੍ਰਵਾਨ ਕਰਦਾ ਹੁੰਦਾ, ਸੱਜਣ ਦਾ ਭੇਖ ਕਿੰਨਾ ਵਧੀਆ ਸੀ, ਸੱਜਣ ਦਿਖਾਵਾ ਕਿੰਨਾ ਵਧੀਆ ਕਰਦਾ ਸੀ। ਕਿੰਨੇ ਲੋਕ ਮਹਾਰਾਜ ਨੂੰ ਮਿਲੇ ਹੋਣਗੇ ਜਿਨ੍ਹਾਂ ਦਾ ਪਹਿਰਾਵਾ ਬੜਾ ਸੁੰਦਰ ਸੀ, ਭੇਖ ਬੜਾ ਸੁੰਦਰ ਸੀ, ਪਰ ਗੁਰੂ ਨਾਨਕ ਦਾ ਘਰ ਭੇਖ ਵਾਲਿਆਂ ਨੂੰ, ਵਿਖਾਵੇ ਵਾਲਿਆਂ ਨੂੰ ਪ੍ਰਵਾਨ ਨਹੀਂ ਕਰਦਾ। ਗੁਰੂ ਨਾਨਕ ਦਾ ਘਰ ਅੰਦਰ ਜੁੜੇ ਹੋਇਆਂ ਨੂੰ ਪ੍ਰਵਾਨ ਕਰਦਾ, ਜਿਹੜੇ ਅੰਦਰੋਂ ਜੁੜ ਗਏ, ਜਿਹੜੇ ਮਹਾਰਾਜ ਕਹਿੰਦੇ, ਪਾਤਸ਼ਾਹ ਜੀ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ। ਬਾਬੇ ਨਾਨਕ ਦਾ ਘਰ, ਇਹ ਗੁਰੂ ਤੇਗ ਬਹਾਦਰ ਦਾ ਘਰ ਉਹਨਾਂ ਨੂੰ ਪ੍ਰਵਾਨ ਕਰਦਾ ਹੈ ਜਿਹੜੇ ਅੰਦਰੋਂ ਵੀ ਨਿਰਮਲ ਨੇ ਤੇ ਬਾਹਰੋਂ ਵੀ ਨਿਰਮਲ ਨੇ, ਜਿਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਹੈ। ਅੱਗੇ ਸਤਿਗੁਰ ਮਹਾਰਾਜ ਕਹਿ ਰਹੇ ਨੇ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਭਏ ਦਾਦੁਰ ਪਾਣੀ ਮਾਹੀ। ਇਸ਼ਨਾਨ ਰੋਜ਼ਾਨਾ ਕਰਦਾ, ਸ਼ਾਮ ਵੇਲੇ ਵੀ ਕਰਦਾ, ਸਵੇਰੇ ਵੀ ਕਰਦਾ।
ਇਸ਼ਨਾਨ ਤਾਂ ਕਰ ਲਿਆ ਪਰ ਕਦੇ ਹਾਲੇ ਮਨ ਦਾ ਇਸ਼ਨਾਨ ਨਹੀਂ ਕਰਾਇਆ। ਮਨ ਉਸੇ ਤਰ੍ਹਾਂ ਮਾਇਆ ਵਿੱਚ ਗਲਤਾਨ ਹੈ। ਭਾਈ ਤੂੰ ਤਾਂ ਇੱਕ ਡੱਡੂ ਵਰਗਾ ਹੋ ਗਿਆ, ਪਾਣੀ ਵਿੱਚ ਟਬੂਸੀ ਮਾਰਦਾ, ਪਾਣੀ 'ਚੋਂ ਟਬੂਸੀ ਮਾਰ ਕੇ ਬਾਹਰ ਵੀ ਨਿਕਲ ਜਾਂਦਾ, ਪਾਣੀ ਵਿੱਚ ਵੀ ਵੜ ਜਾਂਦਾ, ਤੇਰੀ ਵੀ ਇਹ ਹਾਲਤ ਹੋ ਗਈ ਨਾ। ਬਾਬਾ ਜੀ ਨੇ ਬਹੁਤ ਵਚਨ, ਮਹਾਰਾਜ ਕਹਿੰਦੇ ਜਲ ਕੇ ਮੱਝਨ ਜੇਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੁਨੀ ਆਵੈ। ਬਾਬਾ ਜੀ ਕਹਿੰਦੇ ਨੇ ਜੇ ਜਲ ਵਿੱਚ ਇਸ਼ਨਾਨ ਕੀਤਿਆਂ ਗਤ ਹੋਣੀ ਹੁੰਦੀ, ਪਾਣੀ ਵਿੱਚ ਡੱਡੂ ਵੀ ਰਹਿੰਦਾ, ਡੱਡੂ ਦੀ ਗਤੀ ਹੋ ਗਈ। ਜਲ ਕੇ ਮੱਝਨ, ਜਲ ਵਿੱਚ ਇਸ਼ਨਾਨ ਕੀਤਿਆਂ, ਜਲ ਕੇ ਮੱਝਨ ਜੇਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਏ ਨਰ। ਜਿਹੋ ਜਿਹਾ ਡੱਡੂ ਬਣ ਗਿਆ ਉਹੋ ਜਿਹਾ ਬੰਦਾ ਬਣੀ ਜਾਂਦਾ। ਬਾਹਰੋਂ ਬਹੁਤ ਸਫਾਈ ਕਰ ਲਈ, ਅੰਦਰ ਕਦੇ ਸਫਾਈ ਕੀਤੀ ਨਹੀਂ। ਮਨ ਉਸੇ ਤਰ੍ਹਾਂ ਗੰਦਾ ਪਿਆ, ਮੈਲਾ ਪਿਆ। ਮਨ ਅੰਦਰ ਈਰਖਾ ਹੈ, ਮਨ ਅੰਦਰ ਸਾੜਾ ਹੈ, ਮਨ ਅੰਦਰ ਦੁਬਦਾ ਹੈ, ਮਨ ਅੰਦਰ ਵਿਸ਼ਵਾਸ ਨਹੀਂ ਕੋਈ ਬਣਿਆ। ਅੱਗੇ ਕਬੀਰ ਜੀ ਕਹਿ ਰਹੇ ਨੇ, ਅਗਲਾ ਜਿਹੜਾ ਸ਼ਬਦ ਹੈ ਜੀ, ਅਗਲਾ ਬਚਨ ਹੈ, ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕਾ ਦਇਆ ਸੁਪਨੈ ਭੀ ਨਾਹੀ। ਕਬੀਰ ਜੀ 2 ਨੰਬਰ ਬੰਦ ਅੰਦਰ ਕਹਿ ਰਹੇ ਨੇ ਜੀ। ਕਬੀਰ ਜੀ ਕਹਿ ਰਹੇ ਨੇ ਕਈ ਮਨੁੱਖ ਸਰੀਰ ਦੇ ਮੋਹ ਵਿੱਚ, ਭਾਵ ਸਰੀਰ ਨੂੰ ਪਾਲਣ ਦੀ ਖਾਤਰ ਕਈ ਤਰ੍ਹਾਂ ਦੇ ਭੇਖ ਬਣਾਉਂਦੇ ਨੇ। ਹੁਣ ਇਹ ਸ਼ਬਦ ਬਹੁਤ ਡੂੰਘਾ ਕਿਹਾ ਕਬੀਰ ਜੀ ਨੇ। ਕਈ ਲੋਕ ਸਰੀਰ ਨੂੰ ਪਾਲਣ ਖਾਤਰ ਭੇਖ ਬਣਾਉਂਦੇ ਨੇ। ਤੁਸੀਂ ਵੇਖੋਗੇ ਨਾ ਸੰਸਾਰ ਅੰਦਰ ਕਿੰਨੀਆਂ ਦੁਕਾਨਾਂ ਨੇ ਜੀ ਧਰਮ ਦੇ ਨਾਂ 'ਤੇ, ਸੰਸਾਰ ਅੰਦਰ ਕਿੰਨੀਆਂ ਦੁਕਾਨਾਂ ਨੇ ਰੱਬ ਦੇ ਨਾਂ 'ਤੇ। ਆਸਾ ਦੀ ਵਾਰ ਵਿੱਚ ਕਹਿ ਦਿੱਤਾ ਗੁਰੂ ਨਾਨਕ ਮਹਾਰਾਜ ਨੇ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੈ ਧਰਤੀ ਨਾਲ। ਅਸੀਂ ਵੇਖਦੇ ਹਾਂ ਨਾ ਜੀ, ਆਪ ਪਛਾੜੈ ਦਾ ਅਰਥ ਬਹੁਤ ਡੂੰਘਾ ਹੈ। ਆਪ ਪਛਾੜੈ ਧਰਤੀ ਨਾਲ ਬਾਬਾ ਨਾਨਕ ਕਹਿੰਦਾ। ਕਈ ਲੋਕ ਆਪਣੇ ਆਪ ਨੂੰ ਧਰਤੀ ਨਾਲ ਪਟਕਾ ਕੇ ਮਾਰਦੇ ਨੇ, ਸਿਰ ਘਮਾਉਂਦੇ ਨੇ, ਬਹੁਤ ਕੁਝ ਕਰਦੇ ਨੇ। ਗੁਰੂ ਨਾਨਕ ਦੀ ਬਾਣੀ ਇਹਨਾਂ ਲੋਕਾਂ ਤੋਂ ਸੁਚੇਤ ਕਰਦੀ ਹੈ। ਬਾਬਾ ਨਾਨਕ ਕਹਿੰਦਾ ਬਚ ਜਾਓ ਭਲਿਓ, ਨਹੀਂ ਤੁਹਾਨੂੰ ਲੁੱਟ ਲੈਣਗੇ, ਠੱਗ ਲੈਣਗੇ ਲੋਕ। ਮਸਲਾ ਰੋਟੀ ਦਾ ਬਣਿਆ ਹੋਇਆ ਹੈ, ਮਸਲਾ ਰੁਜ਼ਗਾਰ ਦਾ ਬਣਿਆ ਹੋਇਆ ਹੈ। ਇਹ ਕੋਈ ਧਰਮ ਦਾ ਕਰਮ ਨਹੀਂ ਹੈ, ਇਹ ਕੋਈ ਚੰਗਾ ਕਰਮ ਨਹੀਂ ਹੈ। ਇਹ ਤਾਂ ਲੋਕਾਂ ਨੂੰ ਦੁਬਿਧਾ ਵਿੱਚ ਪਾ ਕੇ, ਭੁਲੇਖੇ ਵਿੱਚ ਪਾ ਕੇ ਆਪਣੇ ਪੇਟ ਦੀ ਪੂਰਤੀ ਕਰਨ ਵਾਲੀ ਗੱਲ ਹੈ, ਧਰਮ ਨਹੀਂ ਹੈ ਇਹ ਕੋਈ। ਸਤਿਗੁਰੂ ਕਬੀਰ ਜੀ ਅੱਗੇ ਇਹੀ ਗੱਲ ਕਹਿ ਰਹੇ ਨੇ ਜੀ, ਜਿਹੜਾ ਆਪਾਂ 2 ਨੰਬਰ ਬੰਦ ਵਿੱਚ ਆ ਰਹੇ ਸੀ, ਕਾਇਆ ਰਤ ਬਹੁ ਰੂਪ ਰਚਾਹੀ, ਬੜੇ ਰੂਪ ਰਚਾ ਲਏ, ਬੜੇ ਪਹਿਰਾਵੇ ਪਾ ਲਏ ਕਾਇਆ ਨੂੰ ਪਾਲਣ ਖਾਤਰ। ਤਿਨ ਕੋ ਦਇਆ ਸੁਪਨੇ ਭੀ ਨਾਹੀ। ਬਾਬਾ ਕਬੀਰ ਜੀ ਕਹਿੰਦੇ ਜਿਹੜੇ ਇਸ ਤਰ੍ਹਾਂ ਦਾ ਕਰਮ ਕਰਦੇ ਨੇ ਨਾ, ਸੁਪਨੇ ਵਿੱਚ ਵੀ ਕਦੇ ਉਹਨਾਂ ਦੀ ਜ਼ਿੰਦਗੀ ਵਿੱਚ ਤਰਸ ਨਹੀਂ ਹੁੰਦਾ, ਕਦੇ ਉਹਨਾਂ ਦੀ ਜ਼ਿੰਦਗੀ ਵਿੱਚ ਤਰਸ ਨਹੀਂ ਹੁੰਦਾ, ਕਿਸੇ ਤੇ ਦਇਆ ਨਹੀਂ ਕਰਦੇ। ਉਹ ਇਹ ਨਹੀਂ ਵੇਖਦੇ ਗਰੀਬ ਹੈ, ਇਹਨੇ ਕਿਵੇਂ ਦਿਹਾੜੀ ਕਮਾਈ ਹੈ, ਕਿਵੇਂ ਪੈਸਾ ਇਕੱਠਾ ਕੀਤਾ ਹੈ। ਹੁੰਦਾ ਜੀ, ਜਿਹੜੇ ਆਪੋ ਆਪਣੀਆਂ ਵੱਖ ਵੱਖਰੇ ਦੁਕਾਨਾਂ ਲਾ ਕੇ ਬੈਠੇ ਨੇ, ਜੇ ਕੋਈ ਗਰੀਬ, ਬਹੁਤ ਲੋਕ ਵਿਚਾਰੇ ਨਿਮਾਣੇ ਨੇ, ਤਾਣੇ ਲੋਕ ਨੇ, ਜਿਹਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਨੇ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਜੇ ਸਾਡਾ ਸਮਾਜ ਇਹਨਾਂ ਗੱਲਾਂ 'ਚੋਂ ਨਿਕਲ ਜਾਵੇ ਨਾ, ਸਾਡੀ, ਮੈਂ ਕਹਿੰਦਾ ਸੱਚਾਈ ਇਹ ਹੈ ਜੀ, ਅਸੀਂ ਅੰਮ੍ਰਿਤਧਾਰੀ ਬਣ ਕੇ ਗਾਤਰੇ ਕੁਰਬਾਨਾ ਪਾ ਕੇ ਖਹਿੜਾ ਨਹੀਂ ਛੱਡਦੇ। ਸੱਚਾਈ ਇਹ ਹੈ, ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸੁਚੇਤ ਸੰਗਤ ਬੈਠੀ ਹੈ, ਇਹਨਾਂ ਲੋਕਾਂ ਤੋਂ ਬਚੇ ਹੋਏ ਨੇ ਜਿਹੜੇ, ਪਰ ਨਹੀਂ, ਆਰਥਿਕ ਤੌਰ 'ਤੇ ਤੇ ਮਾਨਸਿਕ ਤੌਰ 'ਤੇ ਲੁੱਟ ਸਾਡੀ ਬਹੁਤ ਹੋ ਰਹੀ ਹੈ। ਕਬੀਰ ਜੀ ਬਚਾ ਰਹੇ ਨੇ। ਪਹਿਲਾਂ ਵੀ ਗੱਲ ਕੀਤੀ ਵੀ ਕਬੀਰ ਦੀ ਬਾਣੀ ਸ਼ੁਰੂ ਹੋ ਗਈ, ਹੁਣ ਥੋੜ੍ਹਾ ਸਹਿਜ ਨਾਲ ਸੁਣੀ ਜਾਇਓ। ਅੱਗੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ, ਅਗਲਾ ਜਿਹੜਾ ਬੰਦਾ, ਚਾਰ ਚਰਨ ਕਹੈ ਬਵਾਗਰ, ਸਾਧੂ ਸੁਖ ਪਾਵੈ ਕਲ ਸਾਗਰ। ਸਤਿਗੁਰੂ ਕਬੀਰ ਜੀ ਕਹਿ ਰਹੇ ਨੇ 3 ਨੰਬਰ ਬੰਦ ਅੰਦਰ ਜੀ। ਕਬੀਰ ਜੀ ਕਹਿੰਦੇ 3 ਨੰਬਰ ਬੰਦ ਅੰਦਰ ਪਾਤਸ਼ਾਹ ਜੀ ਸਮਝਾ ਰਹੇ ਨੇ, ਬਹੁਤੇ ਸਿਆਣੇ ਮਨੁੱਖ 4 ਵੇਦ, ਧਾਰਮਿਕ ਪੁਸਤਕਾਂ ਬਹੁਤ ਪੜ੍ਹਦੇ ਨੇ, ਧਾਰਮਿਕ ਗ੍ਰੰਥ ਬਹੁਤ ਪੜ੍ਹਦੇ ਨੇ, ਸੰਸਾਰ ਸਮੁੰਦਰ ਵਿੱਚ ਸਿਫਤ ਕਰਦੇ ਨੇ, ਸੰਤ ਜਨ ਸੁੱਖ ਮਾਣਦੇ ਨੇ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ।
ਇੱਕ ਉਹ ਲੋਕ ਨੇ ਜਿਹੜੇ ਬੜੇ ਧਾਰਮ ਗ੍ਰੰਥ ਪੜ੍ਹ ਲਏ, ਬਹੁਤ ਕੁਝ ਪੜ੍ਹ ਲਿਆ। ਪਾਤਸ਼ਾਹ ਜੀ ਕਹਿੰਦੇ 4 ਵੇਦ 4 ਚਰਨ ਕਹੈ ਬੁਆਗਰ, ਸਾਧੂ ਸੁਖ ਪਾਵੇਂ ਕਲ ਸਾਗਰ। ਸਾਧ ਪਿਆਰੇ ਰੱਬ ਦੇ ਪਿਆਰੇ ਸੁਖ ਮਾਣਦੇ ਨੇ। ਇਸੇ ਤਰ੍ਹਾਂ ਹੀ ਤੇਰੇ ਨਾਮ ਅੰਦਰ ਜੁੜ ਕੇ ਕਹੋ ਕਬੀਰ ਮੋ ਕਾਏ ਕਰੀਜੈ, ਸਰਬ ਛੋੜ ਮਹਾਰਸ ਪੀਜੇ। ਕਬੀਰ ਜੀ ਕਹਿੰਦੇ ਸਾਰਾ ਕੁਝ ਛੱਡ ਦੇ, ਕੁਝ ਨਹੀਂ ਮਿਲਦਾ ਤੀਰਥਾਂ ਤੋਂ, ਤੀਰਥ ਘਰੇ ਆ ਸਾਡੇ, ਸਭ ਕੁਝ ਛੱਡ ਦੇ। ਮਹਾਰਾਜ ਕਹਿੰਦੇ ਨਾਮ ਅੰਦਰ ਜੁੜ ਜਾ, ਨਾਮ ਦਾ ਰਸ ਪੀ ਲੈ। ਇਹ ਸੀ ਲੜੀਵਾਰ ਵਿਚਾਰ ਜੀ, ਕਬੀਰ ਜੀ ਦਾ ਸ਼ਬਦ ਲੜੀਵਾਰ 5 ਨੰਬਰ ਸ਼ਬਦ ਹੈ ਜੀ। ਕੱਲ੍ਹ ਨੂੰ ਆਪਾਂ ਅਗਲਾ ਸ਼ਬਦ ਵਿਚਾਰਾਂਗੇ ਕਬੀਰ ਜੀ ਦਾ। ਅਗਲੇ ਸ਼ਬਦ ਅੰਦਰ ਕਬੀਰ ਜੀ ਕੀ ਵਿਚਾਰ ਰੱਖ ਰਹੇ ਨੇ ਸਾਡੇ ਸਨਮੁਖ। ਗੁਰੂ ਕਿਰਪਾ ਕਰੇ, ਬੇਨਤੀ ਕਰਿਓ ਪ੍ਰਵਾਨ ਜੀ। ਆਓ ਗੁਰਮੁਖੋ ਲੜੀਵਾਰ ਇਤਿਹਾਸ ਨਾਲ ਜੁੜੀਏ। ਧੰਨ ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਬਾਰੇ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਅੱਜ ਆਪਾਂ ਸੰਖੇਪ ਜੀ ਗੱਲ ਕਰਾਂਗੇ, ਸਿੱਖੀ ਲਹਿਰ ਦਾ ਵਿਕਾਸ ਕਿਵੇਂ ਹੋਇਆ। ਪਿਛਲੇ ਦੀਵਾਨਾਂ ਵਿੱਚ ਆਪਾਂ ਜਿਹੜੀ ਗੱਲ ਕਰਕੇ ਆਏ ਆ, ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਬਾਰੇ ਗੱਲ ਕੀਤੀ ਸੀ। ਸਾਡਾ ਵੱਖਰਾ ਗ੍ਰੰਥ, ਸਾਡਾ ਵੱਖਰਾ ਪੰਥ, ਵੱਖਰੀ ਸਾਡੀ ਸੋਚ ਹੈ ਜੀ। ਦੁਨੀਆ ਦੇ ਵਿੱਚੋਂ, ਸੰਸਾਰ ਦੇ ਵਿੱਚੋਂ ਖਾਲਸਾ ਨਿਆਰਾ ਹੈ। ਖਾਲਸਾ ਨਿਆਰਾ ਕਿਉਂ ਆ? ਕਿਉਂਕਿ ਵਿਪਰਨਗੀਆਂ ਰੀਤਾਂ ਨਹੀਂ ਕਰਦਾ। ਇਹ ਕਿਸੇ ਦੇਹਧਾਰੀ ਦੀ ਚੌਂਕੀ ਨਹੀਂ ਭਰਦਾ, ਤਾਂ ਖਾਲਸਾ ਨਿਆਰਾ ਹੈ। ਉਹਨੂੰ ਕਿਹਾ ਖਾਲਸਾ। ਖਾਲਸੇ ਦਾ ਅਰਥ ਪਿਓਰ ਸ਼ੁੱਧ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਕੀਤੀ ਜਾ ਸਕਦੀ। ਅੱਜ ਆਪਾਂ ਜਿਹੜੀ ਗੱਲ ਕਰਾਂਗੇ ਵੀ ਸਿੱਖੀ ਲਹਿਰ ਦਾ ਵਿਕਾਸ ਕਿਵੇਂ ਹੁੰਦਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਤੱਕ ਗੁਰਮਤਿ ਪ੍ਰਚਾਰ ਸਦਕਾ, ਸਿੱਖੀ ਦੇ ਪ੍ਰਚਾਰ ਸਦਕਾ ਲੋਕਾਂ ਅੰਦਰ ਭਾਈਚਾਰਾ ਪੈਦਾ ਹੋ ਗਿਆ। ਸਿੱਖ ਭਾਈਚਾਰਕ ਤੌਰ ਤੇ ਜਾਣੇ ਸੰਸਾਰ ਅੰਦਰ ਇਹਨਾਂ ਦਾ ਨਾਮ ਉੱਚਾ ਹੋ ਗਿਆ। ਲੋਕ ਜਾਣਨ ਲੱਗ ਪਏ ਵੀ ਜੇ ਕੋਈ ਕਿਸੇ ਦੇ ਦੁੱਖ ਅੰਦਰ ਖੜਦਾ ਨਾ, ਸਿੱਖ ਹੀ ਹੈ। ਸਿੱਖ ਦੇ ਕਿਰਦਾਰ ਦੀਆਂ ਬਾਤਾਂ ਪੈਣ ਲੱਗ ਪਈਆਂ। ਸਿੱਖਾਂ ਦੀ ਹੋਰ ਲੋਕ ਵੀ ਸਿਫਤ ਸਲਾਹ ਕਰਦੇ ਸੀ ਵੀ ਸਿੱਖਾਂ ਦਾ ਕਿਰਦਾਰ ਬਹੁਤ ਵੱਡਾ ਹੈ। ਭਾਈਚਾਰਕ ਜਿਹੜੀ ਸਾਂਝ ਏਕਤਾ ਇਹਨਾਂ ਵਿੱਚ ਪੱਕੀ ਹੋ ਗਈ। ਗੁਰੂ ਅਰਜਨ ਮਹਾਰਾਜ ਨੇ ਕੁਝ ਐਸੇ ਮਹੱਤਵਪੂਰਨ ਕਾਰਜ ਕੀਤੇ ਜਿਨ੍ਹਾਂ ਕਾਰਨ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਸਿੱਖ ਵਧਣ ਲੱਗ ਪਏ। ਵਿਚਾਰਧਾਰਾ ਪੱਖੋਂ ਸਿੱਖ ਮਜ਼ਬੂਤ ਹੋ ਗਏ। ਅੱਜ ਸਾਡੇ ਵਿੱਚ ਘਾਟ ਪਤਾ ਕੀ ਹੈ? ਅਸੀਂ ਵਿਚਾਰਧਾਰਾ ਪੱਖੋਂ ਮਰ ਗਏ। ਸਾਡੇ ਅੰਦਰੋਂ ਗੋਸ਼ਟੀਆਂ ਕਰਨ ਦੀ ਆਦਤ ਮੁੱਕ ਗਈ ਹੈ। ਬਾਣੀ ਪੜ੍ਹਨ ਦੀ ਆਦਤ ਮੁੱਕਦੀ ਜਾ ਰਹੀ ਹੈ। ਬਾਣੀ ਵਿਚਾਰਨ ਦੀ ਆਦਤ ਮੁੱਕਦੀ ਜਾ ਰਹੀ ਹੈ। ਪਰ ਸਿੱਖਾਂ ਦਾ ਏਕਾ ਪਤਾ ਕਿਵੇਂ ਸੀ? ਅੱਜ ਵੇਖੋਗੇ ਜੀ, ਸਿੱਖਾਂ ਦੇ ਬਹੁਤ ਧੜੇ ਨੇ। ਸੱਚਾਈ ਇਹ ਹੈ, ਅੱਜ ਸਾਡੇ ਬਹੁਤ ਧੜੇ ਬਣ ਗਏ। ਪਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਅਮਰਦਾਸ ਮਹਾਰਾਜ ਤੱਕ, ਗੁਰੂ ਰਾਮਦਾਸ ਮਹਾਰਾਜ ਤੱਕ ਗੁਰੂਆਂ ਨੇ ਸਿੱਖਾਂ ਅੰਦਰ ਸਭ ਤੋਂ ਵੱਡੀ ਗੱਲ ਭਾਈਚਾਰਕ ਸਾਂਝ ਪੈਦਾ ਕੀਤੀ ਹੈ। ਭਾਵੇਂ ਕੋਈ ਕਿਰਤ ਕਰਨ ਵਾਲਾ ਹੈ, ਕੋਈ ਵੀ ਕਿਸੇ ਪ੍ਰਕਾਰ ਦਾ ਹੈ, ਮਹਾਰਾਜ ਸਭ ਅੰਦਰ ਪਿਆਰ, ਏਕਾ ਪਿਆਰ ਪੈਦਾ ਕਰਦੇ ਨੇ। ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੇ ਜੋ ਕੰਮ ਕੀਤੇ ਨੇ, ਕੇਂਦਰੀ ਧਰਮ ਸਥਾਨ ਤੇ ਸ਼ਹਿਰ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਕਰਤਾਰਪੁਰ ਰਾਵੀ ਦੇ ਕੋਲ ਨਗਰ ਇੱਕ ਵਸਾਇਆ ਜੀ। ਤਰਨ ਤਾਰਨ ਦੀ ਗੱਲ ਕਰ ਲਓ, ਇਹ ਨਗਰ ਮਹਾਰਾਜ ਨੇ ਵਸਾਇਆ, ਜਿੱਥੇ ਜਿਨ੍ਹਾਂ ਧਰਮ ਪ੍ਰਚਾਰ ਵਿੱਚ ਮਹਾਰਾਜ ਨੇ ਵੱਧ ਚੜ੍ਹ ਕੇ ਸਿੱਖਾਂ ਨੇ ਵੀ ਸਹਿਯੋਗ ਦਿੱਤਾ। ਮਹਾਰਾਜ ਨੇ ਬਹੁਤ ਨਿਵੇਕਲੇ ਵੱਡੇ ਵੱਡੇ ਕਾਰਜ ਕੀਤੇ। ਸਿੱਖ ਕੌਮ ਦਾ ਜਿਹੜਾ ਧਾਰਮਿਕ ਸਥਾਨ, ਜਿਵੇਂ ਮੱਕਾ ਜਿਹੜਾ ਹੈ ਮੁਸਲਮਾਨਾਂ ਦਾ ਧਾਰਮਿਕ ਸਥਾਨ ਹੈ, ਸਾਡਾ ਧਾਰਮਿਕ ਸਥਾਨ ਵਜੋਂ ਸਿੱਖਾਂ ਦੇ ਇੱਕ ਬਹੁਤ ਵੱਡੀ ਛਾਪ ਪੈਦਾ ਕੀਤੀ ਮਹਾਰਾਜ ਨੇ। ਦਰਬਾਰ ਸਾਹਿਬ ਦੀ ਜਿਹੜੀ ਧਰਤੀ ਹੈ ਉਹਨੂੰ ਕੇਂਦਰੀ ਸਥਾਨ ਦਾ ਦਰਜਾ ਦਿੱਤਾ। ਬਹੁਤ ਵੱਡੀ ਛਾਪ ਪੈਦਾ ਕੀਤੀ। ਗੁਰੂ ਅਰਜਨ ਸਾਹਿਬ ਨੇ ਬਹੁਤ ਨਿਵੇਕਲੇ ਤੇ ਬਹੁਤ ਵੱਡੇ ਵੱਡੇ ਕਾਰਜ ਕੀਤੇ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਗੱਲ ਕਰ ਲਓ, ਬਾਣੀ ਲਿਖਣ ਦੀ ਗੱਲ ਕਰ ਲਓ, ਬਾਣੀ ਨੂੰ ਸਾਂਭਣ ਦੀ ਗੱਲ ਕਰ ਲਓ। ਫਿਰ ਮਹਾਰਾਜ ਅੱਗੇ ਇਸੇ ਤਰ੍ਹਾਂ ਮਾਝੇ ਦਾ ਜਿਹੜਾ ਇਲਾਕਾ, ਦੁਆਬੇ ਦਾ ਜਿਹੜਾ ਇਲਾਕਾ, ਇਹ ਸਖੀ ਸਰਬਿਆਂ ਦੇ ਅਧੀਨ ਆ ਗਿਆ ਸੀ। ਕਰਮਕਾਂਡੀ ਹੋ ਗਏ ਸੀ ਲੋਕ, ਕਰਮਕਾਂਡਾਂ ਵਿੱਚੋਂ ਕੱਢਿਆ। ਵਿਚਾਰਕ ਤੌਰ ਤੇ ਏਕਤਾ ਲਈ ਧਾਰਮਿਕ ਗ੍ਰੰਥ ਮਹਾਰਾਜ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਦਿ ਬੀੜ ਲਿਖਵਾਈ, ਉਸ ਦਾ ਪ੍ਰਕਾਸ਼ ਕੀਤਾ ਦਰਬਾਰ ਸਾਹਿਬ ਦੇ ਵਿੱਚ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ।
ਉਸ ਤੋਂ ਮਹਾਰਾਜ ਨੇ ਆਦੇਸ਼ ਕਰ ਦਿੱਤਾ ਵੀ ਉਤਾਰੇ ਕਰਨੇ ਸ਼ੁਰੂ ਕਰ ਦਿੱਤੇ ਸੀ। ਅੱਜ ਤਾਂ ਮਸ਼ੀਨੀ ਯੁੱਗ ਹੈ, ਪਹਿਲਾਂ ਬਾਣੀ ਹੱਥਾਂ ਨਾਲ ਲਿਖੀ ਜਾਇਆ ਕਰਦੀ ਸੀ, ਪੱਥਰ ਦੇ ਛਾਪੇ ਹੋਇਆ ਕਰਦੇ ਸੀ। ਹੱਥ ਲਿਖਤ ਬੀੜਾਂ ਆਪਾਂ ਨੂੰ ਅੱਜ ਵੀ ਦੀਦਾਰ ਕਰ ਸਕਦੇ ਹਾਂ ਜੀ। ਹੱਥ ਲਿਖਤ ਪੋਥੀਆਂ, ਹੱਥ ਲਿਖਤ ਬੀੜਾਂ ਜੋ ਹੱਥਾਂ ਨਾਲ ਮਿਹਨਤ ਕਰਕੇ ਲਿਖੀਆਂ ਜਾਂਦੀਆਂ ਸੀ। ਸਿੱਖ ਜਦੋਂ ਹੱਥ ਲਿਖਤ ਪੋਥੀਆਂ ਦਾ ਜਿਹੜਾ ਕਾਰਜ ਸ਼ੁਰੂ ਹੋ ਗਿਆ, ਘਰ ਘਰ ਵਿੱਚ ਬਾਣੀ ਪਹੁੰਚੀ। ਜਦੋਂ ਘਰ ਘਰ ਵਿੱਚ ਬਾਣੀ ਪਹੁੰਚ ਗਈ, ਲੋਕ ਬਾਣੀ ਪੜ੍ਹਨ ਲੱਗ ਪਏ। ਬਾਣੀ ਪੜ੍ਹ ਕੇ ਲੋਕਾਂ ਅੰਦਰ ਜਾਗਰਤੀ ਆਈ, ਲੋਕ ਜਾਗ ਉੱਠੇ। ਕਰਮ ਕਾਂਡਾਂ ਦਾ ਜਿਹੜਾ ਜਾਲ ਸੀ, ਮੋਹ ਮਾਇਆ ਦਾ ਜਿਹੜਾ ਜਾਲ ਸੀ, ਲੋਕਾਂ ਨੇ ਉਤਾਰ ਦਿੱਤਾ। ਇਸ ਕਰਕੇ ਵਿਚਾਰਕ ਤੌਰ 'ਤੇ ਸਿੱਖ ਪੱਕੇ ਹੋ ਗਏ। ਗੁਰੂ ਗ੍ਰੰਥ ਸਾਹਿਬ 'ਤੇ ਆਸਥਾ ਰੱਖਣ ਵਾਲੇ ਬਣ ਗਏ, ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖਣ ਵਾਲੇ ਬਣ ਗਏ। ਅਸਲ ਸਿੱਖ ਉਹੀ ਹੈ ਜੀ, ਮਹਾਰਾਜ ਉਹਨੂੰ ਮੰਨਦੇ ਨੇ ਜਿਹੜਾ ਕਦੇ ਡੋਲੇ ਨਾ, ਜਿਹਦਾ ਵਿਸ਼ਵਾਸ ਕੇਵਲ ਗੁਰੂ ਗ੍ਰੰਥ ਸਾਹਿਬ 'ਤੇ ਹੋ ਜਾਏ। ਉਹਨੂੰ ਕੋਈ ਮਰਜ਼ੀ ਕੁਝ ਆਖੇ, ਤੂੰ ਫਲਾਣੀ ਥਾਂ 'ਤੇ ਮੱਥਾ ਟੇਕਿਆ, ਇੱਥੇ ਸਿਰ ਝੁਕਾ, ਸਿਰ ਨਹੀਂ ਝੁਕਦਾ ਜੀ। ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਈ, ਜਿਹਨੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹ ਲਿਆ, ਸਾਡੀ ਕੌਮ ਨੂੰ ਜਿਹਨੇ ਪੜ੍ਹ ਲਿਆ, ਵਿਚਾਰ ਲਿਆ। ਅੱਗੇ ਸਤਿਗੁਰੂ ਮਹਾਰਾਜ ਨੇ ਜੋ ਨਵੇਕਲੇ ਕਾਰਜ ਕੀਤੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮਕਾਲੀ ਕਵੀ ਲਿਖਦੇ ਨੇ, ਮੋਹਸਨ ਫਾਨੀ, ਸਿੱਖਾਂ ਵਿੱਚ ਵਿਚਾਰਕ ਤੌਰ 'ਤੇ ਜਿਹੜੀ ਵਿਚਾਰਧਾਰਾ ਤੌਰ 'ਤੇ ਨਿਖਾਰ ਆਇਆ। ਸਿੱਖ ਹੋਰਨਾਂ ਲੋਕਾਂ ਨੂੰ ਵੀ ਮੂਰਤੀ ਪੂਜਾ 'ਚੋਂ, ਕਰਮ ਕਾਂਡਾਂ 'ਚੋਂ ਕੱਢਦੇ ਨੇ ਅਤੇ ਤੰਤਰਾਂ ਮੰਤਰਾਂ ਦੇ ਵਿਸ਼ਵਾਸਾਂ 'ਚੋਂ ਕੱਢਦੇ ਨੇ। ਅਤੇ ਉਸ ਤੋਂ ਬਾਅਦ ਮਹਾਰਾਜ ਨੇ ਆਰਥਿਕ ਸੁਧਾਰ ਕੀਤਾ। ਆਰਥਿਕ ਸੁਧਾਰ ਕੀ ਸੀ ਜੀ? ਆਰਥਿਕ ਤੌਰ 'ਤੇ ਤਕੜੇ ਕਰਨਾ। 52 ਕਿਸਮਾਂ ਦੇ ਜਿਹੜੇ ਵੱਖੋ ਵੱਖਰੇ ਕਿੱਤਿਆਂ ਦੇ ਲੋਕ ਸੀ, ਗੁਰੂ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਵਸਾਏ 52 ਕਿੱਤਿਆਂ ਵਾਲੇ ਲੋਕ। ਇਹ ਸ਼ਹਿਰ ਨੂੰ ਗੁਰੂ ਕਾ ਬਾਜ਼ਾਰ, ਇਹ ਸ਼ਹਿਰ ਬਹੁਤ ਵਧੀਆ, ਜਿਸ ਨੂੰ ਗੁਰੂ ਕਾ ਬਾਜ਼ਾਰ ਕਿਹਾ ਜਾਂਦਾ ਸੀ, ਮੰਡੀ ਵੀ ਕਿਹਾ ਜਾਂਦਾ ਸੀ। ਸਿੱਖਾਂ ਵਿੱਚ ਕਾਰੋਬਾਰ ਨੂੰ ਸਾਂਭਣ ਦਾ, ਕਾਰੋਬਾਰ ਆਪੋ ਆਪਣੇ ਉਹਨਾਂ ਨੇ ਕਾਰੋਬਾਰ ਚਲਾਇਆ, ਆਪੋ ਆਪਣੇ ਵਪਾਰਕ ਧੰਦਿਆਂ ਨੂੰ। ਕਿਉਂ ਮਹਾਰਾਜ ਨੇ ਵਪਾਰਕ ਧੰਦੇ ਚਲਾਏ? ਕਿਉਂਕਿ ਸਿੱਖ ਆਰਥਿਕ ਤੌਰ 'ਤੇ ਮਜ਼ਬੂਤ ਬਣ ਜਾਣ। ਅਗਲਾ ਜਿਹੜਾ ਮਹਾਰਾਜ ਦਾ ਸਟੈਪ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਘੋੜਿਆਂ ਦਾ ਕਾਰੋਬਾਰ ਕਰਨ ਲਈ ਪ੍ਰੇਰਿਤ ਕਰਿਆ, ਕਿਉਂਕਿ ਘੋੜਿਆਂ ਦੇ ਕਾਰੋਬਾਰ ਵਿੱਚ ਪੈਸੇ ਵਧੀਆ ਬਣਦੇ ਸੀ। ਸਿੱਖਾਂ ਦੀ ਜਾਣ ਪਛਾਣ ਦੂਰ ਦੂਰ, ਸਿੱਖ ਘੋੜਿਆਂ ਦਾ ਵਪਾਰ ਪਤਾ ਕਿੱਥੇ ਤੱਕ, ਕਾਬਲ ਕੰਧਾਰ ਦੀ ਗੱਲ ਕਰ ਲਓ, ਅਫਗਾਨਿਸਤਾਨ ਦੀ ਗੱਲ ਕਰ ਲਓ। ਸਿੱਖਾਂ ਨੂੰ ਮਹਾਰਾਜ ਨੇ ਵਪਾਰਕ ਤੌਰ 'ਤੇ ਵੀ ਬਹੁਤ, ਵਪਾਰ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ। ਤੁਸੀਂ ਕਿਸੇ ਦਾ ਵੀ ਵਪਾਰ ਕਰ ਸਕਦੇ ਹੋ ਜੀ, ਤਾਂ ਕਿ ਸਿੱਖਾਂ ਵਿੱਚ, ਸਿੱਖ ਜਦੋਂ ਵਪਾਰ ਕਰਦੇ ਸੀ, ਵਪਾਰ ਦੇ ਨਾਲ ਸਿੱਖੀ ਦਾ ਪ੍ਰਚਾਰ ਵੀ ਕਰਦੇ ਸੀ। ਗੁਰੂ ਅਰਜਨ ਸਾਹਿਬ ਨੇ ਮਸੰਦ ਥਾਪੇ। ਮਸੰਦ ਹਰ ਦੀਵਾਲੀ ਤੇ ਹਰ ਵਿਸਾਖੀ ਤੇ ਦਸਵੰਧ ਲੈ ਕੇ ਆਉਂਦੇ ਸੀ ਦਰਬਾਰ ਸਾਹਿਬ ਦੇ ਵਿੱਚ। ਇਸ ਤਰ੍ਹਾਂ ਜਿਹੜਾ ਆਰਥਿਕ ਤੌਰ 'ਤੇ ਕਰਤਾਰਪੁਰ ਨਗਰ ਦੀ ਗੱਲ ਕਰ ਲਓ, ਤਰਨਤਾਰਨ ਨਗਰ ਦੀ ਗੱਲ ਕਰ ਲਓ, ਜਾਂ ਲਾਹੌਰ ਦੇ ਵਿੱਚ ਜਦੋਂ ਕਾਲ ਪੈਂਦਾ, ਮਾਝੇ ਵਿੱਚ ਕਾਲ ਪੈਂਦਾ, ਮਹਾਰਾਜ ਨੇ ਉਦੋਂ ਬਹੁਤ ਲੋਕਾਂ ਨੂੰ ਸਾਂਭਿਆ, ਸਵਾਰਿਆ। ਇੰਨੀ ਬੇਨਤੀ ਪ੍ਰਵਾਨ ਕਰਿਓ ਜੀ, ਕਿਉਂਕਿ ਸਮਾਂ ਸੀਮਤ ਹੁੰਦਾ ਆਪਣੇ ਕੋਲ ਟਾਈਮ ਦੇ ਹਿਸਾਬ ਨਾਲ। ਇਹ ਜਿਹੜਾ ਆਪਾਂ ਸਿੱਖ ਧਰਮ ਨੂੰ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਇਤਿਹਾਸ ਨੂੰ ਪੜ੍ਹ ਰਹੇ ਹਾਂ, ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਕਰਮ ਕਾਂਡਾਂ ਤੋਂ ਬਚ ਕੇ ਗੁਰੂ ਸਾਹਿਬ ਜੀ ਦੇ ਸ਼ਬਦ